ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡੇ ਸਾਰਿਆਂ ਦਾ NRI World ਦੀ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ COVID-19 ਅਪਡੇਟਸ ਦੇ ਨਾਲ ਕੈਨੇਡਾ ਤੋਂ ਮੈਂ ਜਸਲੀਨ ਕੌਰ ਹਾਜ਼ਰ ਹਾਂ। ਕੈਨੇਡਾ ਦੇ ਵਿੱਚ ਹੁਣ ਤੱਕ 97,000 ਦੇ ਕਰੀਬ ਕੇਸਿਸ ਪੋਜ਼ਿਟਿਵ ਕਨਫਰਮ ਹੋ ਚੁੱਕੇ ਨੇ ਅਤੇ 7,800 ਤੋਂ ਉੱਪਰ ਡੈਥਸ ਰਿਪੋਰਟ ਹੋ ਚੁੱਕੀਆਂ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਸੰਬੰਧੀ ਕੁਝ ਹੋਰ ਨਵੇਂ ਐਲਾਨ ਕੀਤੇ। ਇਸ ਦੇ ਨਾਲ ਹੀ ਓਨਟਾਰੀਓ ਸਰਕਾਰ ਵੱਲੋਂ ਇਕੋਨਮੀ ਨੂੰ ਰਿਕਵਰ ਕਰਨ ਲਈ ਕੀ ਕੁਝ ਕੀਤਾ ਜਾ ਰਿਹਾ ਹੈ, ਇਸ ਸੰਬੰਧੀ ਆਧਾਰਿਤ ਰਹੇਗੀ ਸਾਡੀ ਅੱਜ ਦੀ ਇਹ ਖਾਸ ਪੇਸ਼ਕਸ਼। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਓਟਵਾ ਦੇ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫੈਡਰਲ ਸਰਕਾਰ ਵੱਲੋਂ ਮੇਡ ਇਨ ਕੈਨੇਡਾ PPE ਨੂੰ ਤਵੱਜੋ ਦਿੰਦਿਆਂ ਹੋਰ ਮੈਨੂਫੈਕਚਰਰਸ ਦੇ ਨਾਲ ਕੰਟਰੈਕਟ ਸਾਈਨ ਕੀਤੇ ਗਏ ਹਨ। ਇਸ ਦੇ ਨਾਲ ਹੀ ਫੈਡਰਲ ਸਰਕਾਰ ਵੱਲੋਂ PPE ਸਪਲਾਈ ਹੱਬ ਵੈਬਸਾਈਟ ਵੀ ਲਾਂਚ ਕੀਤੀ ਗਈ ਹੈ। As we start to reopen and some people head back to work, the need for personal protective equipment and other essential supplies like hand sanitizer and disinfectant will continue to grow. We're making sure we're ready for that. On Saturday, a ship carrying 160,000 litres of hand sanitizer arrived in Vancouver, and we're expecting 7 more ships with hand sanitizer in the coming days. We also have almost 1 million face shields and more than 7 million pairs of gloves on their way to the provinces and territories. And to connect businesses looking for PPE with suppliers, today we're launching a PPE Supply Hub website. We also created new, innovative procurement streams to allow more businesses to develop solutions and products Canadians need because of this pandemic. We've always known that Canada is home to some of the best innovators in the world, and it's been great to see so many of them use their talent and know-how to help our communities during this crisis. In April, we put out a call asking for creative, made-in-Canada prototypes that will help current and future outbreaks of COVID-19 and similar public health emergencies. And in just 2 weeks, we received over 550 proposals. We will soon be selecting some prototypes for testing, and innovators will be able to work with the government to scale up production. ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮੇਡ ਇਨ ਕੈਨੇਡਾ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਅਤੇ ਕੈਨੇਡਾ US ਬਾਰਡਰ ਰਿਸਟ੍ਰਿਕਸ਼ਨ ਸੰਬੰਧੀ ਕੀਤੇ ਗਏ ਐਲਾਨ ਬਾਰੇ ਹੋਰ ਜਾਣਕਾਰੀ ਲਈ ਸਾਡੇ ਨਾਲ ਲਾਈਨ ਤੇ ਮੌਜੂਦ ਹਨ ਸਰੀ ਸੈਂਟਰ ਤੋਂ ਮੈਂਬਰ ਪਾਰਲੀਮੈਂਟ ਰਣਦੀਪ ਸਰਾਏ। ਸਤਿ ਸ਼੍ਰੀ ਅਕਾਲ ਰਣਦੀਪ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ PTC ਪੰਜਾਬੀ ਤੇ। ਸਤਿ ਸ਼੍ਰੀ ਅਕਾਲ ਐਂਡ ਤੁਹਾਡੇ ਸਾਰੇ ਸਰੋਤਿਆਂ ਨੂੰ, ਤੁਹਾਡੇ ਸਾਰੇ ਸਟਾਫ ਨੂੰ। ਜੀ ਰਣਦੀਪ ਜੀ, ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਾਲ ਹੀ ਦੇ ਵਿੱਚ ਅਨਾਉਂਸ ਕੀਤਾ ਗਿਆ ਸੀ ਕਿ ਕੈਨੇਡਾ ਸਰਕਾਰ ਮੇਡ ਇਨ ਕੈਨੇਡਾ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਜਿਹੜਾ ਹੈਗਾ ਉਸ ਨੂੰ ਜ਼ਿਆਦਾ ਤਵੱਜੋ ਦੇ ਰਹੀ ਹੈ, ਜਿਸ ਦੇ ਚੱਲਦਿਆਂ ਫੈਡਰਲ ਸਰਕਾਰ ਵੱਲੋਂ ਇੱਕ ਵੈਬਸਾਈਟ ਵੀ ਲਾਂਚ ਕੀਤੀ ਗਈ ਹੈ, ਸਪਲਾਈ ਹੱਬ ਵੈਬਸਾਈਟ। ਜਾਣਨਾ ਚਾਹਾਂਗੇ ਕਿਸ ਤਰ੍ਹਾਂ ਇਹ ਵੈਬਸਾਈਟ ਬਿਜ਼ਨੈਸਿਸ ਲਈ, ਲੋਕਲ ਰੈਜ਼ੀਡੈਂਟਸ ਲਈ ਐਂਡ ਜਿਹੜੇ ਇੰਪਲੋਇਰਸ ਹੈਗੇ ਨੇ ਉਹਨਾਂ ਲਈ ਬੈਨੀਫੀਸ਼ੀਅਲ ਹੋਏਗੀ। ਦੇਖੋ ਇਹ ਕਈ ਪਾਸੋਂ ਬੈਨੀਫੀਸ਼ੀਅਲ ਹੋਊਗੀ। ਸਭ ਤੋਂ ਪਹਿਲਾਂ ਕਿ ਲੋਕ ਰਿਲਾਇਬਲ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਚਾਹੁੰਦੇ ਆ, ਉਹ ਇਹ ਚਾਹੁੰਦੇ ਜਿਹੜੇ ਕਿ ਹੋਪਫੁਲੀ ਹੋਮ ਗਰੋਨ ਇੱਥੇ ਕੈਨੇਡਾ 'ਚ ਬਣੀ ਹੋਵੇ ਜਾਂ ਕੈਨੇਡੀਅਨ ਅਪਰੂਵਡ ਹੋਵੇ, ਉਹਦੇ ਵਾਸਤੇ ਇਹ ਹੱਬ ਕਾਫੀ ਫਾਇਦੇਮੰਦ ਹੋਊਗੀ। ਉਹਦੇ ਨਾਲ ਇਹ ਦੂਸਰਾ ਫਾਇਦਾ ਇਹ ਹੈਗਾ ਕਿ ਜਿਹੜੇ ਕੈਨੇਡੀਅਨ ਕੰਪਨੀਆਂ ਨੇ ਜਿੰਨੀ ਰੀਟੂਲ ਕੀਤਾ ਆਪਣੀਆਂ ਕੰਪਨੀਆਂ ਨੂੰ ਰੀਮੋਡੀਫਾਈ ਕਰਕੇ ਇੱਥੇ ਚਾਹੇ ਮਾਸਕ ਆ, ਚਾਹੇ ਹੈਂਡ ਸੈਨੀਟਾਈਜ਼ਰ ਆ, ਚਾਹੇ ਗਾਊਨਸ ਆ, ਚਾਹੇ ਫੇਸ ਸ਼ੀਲਡਸ ਆ ਬਣਾਉਣੇ ਸ਼ੁਰੂ ਕੀਤੇ ਆ, ਉਹਨਾਂ ਵਾਸਤੇ ਇੱਕ ਮਾਰਕੀਟ ਪਲੇਸ ਸ਼ੁਰੂ ਹੋ ਜਾਊਗੀ ਤਾਂ ਕਿ ਲੋਕਾਂ ਨੂੰ ਜਿਹੜੇ ਲੈਣਾ ਚਾਹੁੰਦੇ ਆ, ਜਿਹੜੇ ਬਿਜ਼ਨਸਮੈਨ, ਉਹਨਾਂ ਨੂੰ ਇੱਕ ਮੰਡੀ ਮਿਲ ਜੂਗੀ ਜਿੱਥੇ ਉਹ ਕੈਨੇਡੀਅਨ ਸਪਲਾਇਰ ਨੂੰ ਦੇਖ ਸਕਦੇ ਆ ਔਰ ਉੱਥੋਂ ਫਿਰ ਰਿਲਾਇਬਲ ਸੋਰਸ ਤੋਂ ਲੈ ਸਕਦੇ। ਉਹ ਤੀਸਰਾ ਬੈਨੀਫਿਟ ਹੈਗਾ ਕਿ ਜਿਹੜੇ ਬਿਜ਼ਨਸ ਭਾਲਦੇ ਆ ਇਹ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ, ਕਿਉਂਕਿ ਖਾਸ ਕਰਕੇ ਹੁਣ ਬਿਜ਼ਨਸ ਖੋਲ੍ਹਣੇ ਆ ਸਲੋਲੀ, ਸਾਰੇ ਸੂਬੇ ਆਪਣੀਆਂ ਇਕੋਨਮੀਆਂ ਖੋਲ੍ਹ ਰਹੇ ਆ, ਉਹਨਾਂ ਨੂੰ ਜਲਦੀ ਤੋਂ ਜਲਦੀ ਲਾਰਜ ਅਮਾਊਂਟਸ ਦੇ ਵਿੱਚ ਲੋੜ ਪਊਗੀ ਔਰ ਉਹ 3-3 ਮਹੀਨੇ, 4-4 ਮਹੀਨੇ, 2-2 ਮਹੀਨੇ ਸ਼ਿਪਿੰਗ ਦੀ ਨਹੀਂ ਵੇਟ ਕਰ ਸਕਦੇ, ਉਹਨਾਂ ਨੂੰ ਰਾਈਟ ਵੇ ਚਾਹੀਦਾ। ਉਹਦੇ ਵਾਸਤੇ ਕੈਨੇਡੀਅਨ ਸਪਲਾਈ ਉਹਨਾਂ ਨੂੰ ਫਾਇਦੇਮੰਦ ਹੋਊਗਾ। ਔਰ ਲਾਸਟਲੀ ਇਹ ਸਾਡਾ ਕੈਨੇਡੀਅਨ ਇਕੋਨਮੀ ਲਈ ਬੂਸਟ ਹੋਊਗਾ ਜੇ ਅਸੀਂ ਆਪਣੇ ਆਪ ਦੇ ਜਿਹੜੇ ਬਣਾਏ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਸੀ ਉਹਨੂੰ ਲਈਏ, ਉਹਨੂੰ ਵਰਤੀਏ ਤਾਂ ਕਿ ਸਾਡੀ ਇਕੋਨਮੀ ਵੀ ਬੂਸਟ ਹੋਵੇ, ਸਾਡੇ ਲੋਕਲ ਜੌਬਸ ਇੱਥੇ ਉਹਨਾਂ ਨੂੰ ਫਾਇਦਾ ਹੋਵੇ। ਜੀ
ਜੀ ਰਣਦੀਪ ਜੀ, ਜਿਸ ਤਰ੍ਹਾਂ ਕੈਨੇਡਾ ਸਾਰਸ ਵੀ ਐਕਸਪੀਰੀਅੰਸ ਕਰ ਚੁੱਕਿਆ ਹੈ ਐਂਡ ਦੈਟ ਟਾਈਮ ਆਫ ਕੋਰਸ ਕੈਨੇਡਾ ਵਾਸ ਨਾਟ ਰੈਡੀ। ਹੁਣ ਜੇ ਅਸੀਂ ਕੋਵਿਡ-19 ਕ੍ਰਾਈਸਿਸ ਦੀ ਗੱਲ ਕਰੀਏ ਤੇ ਸ਼ੁਰੂ ਦੇ ਵਿੱਚ ਵੀ ਕੁਡ ਕਲੀਅਰਲੀ ਸੀ ਕਿ ਕੈਨੇਡਾ ਵਾਸ ਨਾਟ ਰੈਡੀ, ਪਰ ਹੁਣ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਕੈਨੇਡਾ ਹੋਮਮੇਡ PPE ਨੂੰ ਪ੍ਰੈਫਰੈਂਸ ਦੇ ਰਿਹਾ ਹੈਗਾ, ਕਹਿ ਸਕਦੇ ਹਾਂ ਕਿ ਡੈਫੀਨੇਟਲੀ ਹੁਣ ਤਾਂ PPE ਅਵੇਲੇਬਲ ਹੋਏਗਾ ਹੀ, ਲੇਕਿਨ ਕਹਿ ਸਕਦੇ ਹਾਂ ਕਿ ਫਿਊਚਰ ਦੇ ਵਿੱਚ ਵੀ ਜੇ ਇਸ ਤਰ੍ਹਾਂ ਦੇ ਕੋਈ ਕ੍ਰਾਈਸਿਸ ਆਉਂਦੇ ਨੇ ਤੇ ਕੈਨੇਡਾ ਦੇ ਕੋਲ ਇਨਫ PPE ਹੋਏਗਾ ਉਸ ਟਾਈਮ ਤੇ। ਆਈ ਥਿੰਕ ਇਹ ਪਹਿਲੀ ਵਾਰੀ ਹੈ ਕਿ ਇੱਕ ਪੈਂਡੈਮਿਕ ਸਾਡੀ ਲਾਈਫ ਸਪੈਨ ਦੇ ਵਿੱਚ ਹੋਇਆ ਜਿਹਦੇ ਵਿੱਚ ਵਰਲਡ ਵਾਈਡ ਜਿਹੜੀ ਡਿਮਾਂਡ PPE ਵਾਸਤੇ ਏਡੀ ਵੱਡੀ ਹੋ ਗਈ ਕਿ ਸਾਨੂੰ ਸਾਰਿਆਂ ਨੂੰ ਕਰਨਾ ਪਿਆ। ਨਾਰਮਲੀ ਸਪਲਾਈ ਚੇਨਾਂ ਸਾਰੀਆਂ ਸ਼ੋਰਟ ਟਰਮ ਹੋਣ ਲੱਗ ਪਈਆਂ ਸੀਗੀਆਂ, ਲੋਕ ਲਾਰਜ ਅਮਾਊਂਟਸ ਆਫ ਪ੍ਰੋਡਕਟ ਨੂੰ ਸਟੋਰ ਨਹੀਂ ਸੀ ਕਰਦੇ। ਨਵਾਂ ਟ੍ਰੈਂਡ ਸੀ ਪਿਛਲੇ 20 ਸਾਲਾਂ ਦਾ ਕਿ ਤੁਸੀਂ ਐਸ ਕਰੋ ਤਾਂ ਤੁਹਾਨੂੰ ਇੰਨੇ ਦਿਨਾਂ ਦੇ ਵਿੱਚ ਹਰ ਇੱਕ ਚੀਜ਼ ਮਿਲੂਗੀ। ਸਪਲਾਈ ਚੇਨ ਉਹਨੂੰ ਕਹਿੰਦੇ ਸੀਗੇ ਰਾਦਰ ਦੈਨ ਵੇਅਰ ਹਾਊਸ ਸਟੋਰ ਕਰਨ ਨੂੰ। ਹੁਣ ਉਹ ਇਹ ਨੈਸੈਸਿਟੀ ਸ਼ੋ ਹੋ ਗਈ ਕਿ ਬਹੁਤ ਕੰਟਰੀਆਂ ਔਰ ਬਹੁਤ ਸਪਲਾਇਰ ਆਨਰ ਨਹੀਂ ਕਰਦੇ ਜਿਹੜੇ ਉਹਨਾਂ ਦੇ ਵਾਅਦੇ ਆ ਜਾਂ ਉਹਨਾਂ ਦੇ ਕੰਟਰੈਕਟ ਆ। ਔਰ ਲੋਕ ਜਦੋਂ ਭੀੜ ਤੇ ਏਡੀ ਜਾ ਜਾਂਦੇ ਆ, ਉਹ ਵੱਡੀ ਦੇ ਕੇ ਜਾਂ ਵੱਧ ਪੈਸੇ ਦੇ ਕੇ ਵੀ ਤੁਹਾਡਾ ਸਮਾਨ ਜਿਹੜਾ ਕੰਟਰੈਕਟਡ ਵੀ ਹੈਗਾ ਉਹ ਲੈ ਲੈਂਦੇ ਆ। ਸੋ ਇਹਦੇ ਨਾਲ ਕਾਫੀ ਲੋਕਾਂ ਨੂੰ ਜਾਗਰਤ ਆਈ ਆ ਔਰ ਕੈਨੇਡੀਅਨ ਸਰਕਾਰ ਨੂੰ ਵੀ ਆਈ, ਹੈਲਥ ਅਥਾਰਟੀਜ਼ ਨੂੰ ਵੀ ਆਈਆਂ ਔਰ ਗਾਂ ਵਾਸਤੇ ਇਹ ਪ੍ਰੈਪਰਡਨੈਸ ਕਰ ਰਹੇ ਆ ਤਾਂ ਕਿ ਇਸ ਤਰ੍ਹਾਂ ਦਾ ਜੇ ਕਦੇ ਵੀ ਹੋਵੇ ਸਾਡੇ ਕੋਲ ਮੇਡ ਇਨ ਕੈਨੇਡਾ ਸੋਲੂਸ਼ਨ ਹੋਣ, ਸਾਡੇ ਕੋਲ ਇੱਥੇ ਆਲਰੇਡੀ ਇਨਫ ਸਫੀਸ਼ੀਐਂਟ ਸਪਲਾਈ ਹੋਵੇ। ਸੋ ਆਈ ਥਿੰਕ ਇਹ ਸਾਰੇ ਚੀਫ ਮੈਡੀਕਲ ਅਫਸਰਾਂ ਦੀ ਸੋਚ ਅਤੇ ਉਹਨਾਂ ਦੀ ਸਲਾਹ ਦੇ ਅਨੁਸਾਰ ਇਹ ਸਾਰੇ ਸੂਬੇ ਉਸ ਖਾਸ ਕਰਕੇ ਕੈਨੇਡਾ ਐਜ਼ ਅ ਹੋਲ ਇਹ ਲਈ ਪ੍ਰਿਪੇਅਰ ਹੋ ਰਿਹਾ ਤਾਂ ਕਿ ਗਾਂ ਵਾਸਤੇ ਕਦੇ ਸ਼ੋਰਟੇਜ ਨਾ ਹੋਵੇ। ਜੀ ਜੀ, ਬੀਤੇ ਦਿਨੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਐਲਾਨ ਕੀਤਾ ਗਿਆ ਸੀਗਾ ਕਿ US ਕੈਨੇਡਾ ਬਾਰਡਰ ਰਿਸਟ੍ਰਿਕਸ਼ਨਸ ਨੂੰ ਥੋੜਾ ਜਿਹਾ ਘਟਾਇਆ ਜਾ ਰਿਹਾ ਹੈ, ਫੈਮਿਲੀ ਰੀਯੂਨੀਫਿਕੇਸ਼ਨ ਲਈ ਉਹ ਖੋਲਿਆ ਜਾ ਰਿਹਾ ਹੈਗਾ। ਵੀ ਨੋ ਹਲੇ ਨਾਨ ਐਸੈਂਸ਼ੀਅਲ ਟਰੈਵਲ ਲਈ ਜੂਨ 21 ਤੱਕ ਬਾਰਡਰ ਬੰਦ ਹੈਗਾ, ਲੇਕਿਨ ਤੁਹਾਨੂੰ ਨਹੀਂ ਲੱਗਦਾ ਜਿਹੜਾ ਫੈਮਿਲੀ ਰੀਯੂਨੀਫਿਕੇਸ਼ਨ ਲਈ ਵੀ ਖੋਲਿਆ ਗਿਆ ਹੈ ਦੈਟ ਇਜ਼ ਟੂ ਅਰਲੀ? ਹਾਂਜੀ, ਸੋ ਹੁਣ ਇਹ ਇਕੱਲਾ US ਦੇ ਬਾਰਡਰ ਨਹੀਂ, ਇੰਟਰਨੈਸ਼ਨਲੀ ਵਾਸਤੇ ਵੀ ਹੈਗਾ। ਸੋ ਜਿੰਨੇ ਵੀ ਤੁਹਾਡੇ ਇਮੀਡੀਏਟ ਫੈਮਿਲੀ ਮੈਂਬਰ ਹੈਗਾ, ਇਮੀਡੀਏਟ ਨੂੰ ਗਿਣਦੇ ਆ, ਉਹਦੀ ਡਿਫਾਈਨ ਕਿ ਤੁਹਾਡਾ ਡਿਪੈਂਡੈਂਟ ਚਾਈਲਡ ਜਾਂ ਉਹਨਾਂ ਦਾ ਗਾਂ ਡਿਪੈਂਡੈਂਟ ਚਾਈਲਡ ਅਤੇ ਤੁਹਾਡੇ ਪੇਰੈਂਟਸ ਜਿਹੜੇ ਹੈਗੇ ਆ, ਇਹਨਾਂ ਨੂੰ ਜੇ ਵੈਲਿਡ ਵੀਜ਼ਾ ਹੈਗਾ, ਉਹਨਾਂ ਕੋਲ ਪਰਮਿਸ਼ਨ ਹੈਗੀ ਆ, ਉਹ ਘੱਟੋ ਘੱਟ 15 ਦਿਨ ਲਈ ਜੇ ਆਉਣ ਤਾਂ ਉਹਨਾਂ ਨੂੰ ਇਜਾਜ਼ਤ ਹੈਗੀ ਹੈ ਕੈਨੇਡਾ ਆਉਣ ਵਾਸਤੇ। ਸੋ ਇਹ ਗੁੰਜਾਇਸ਼ ਦਿੱਤੀ ਗਈ ਹੈ। 14 ਦਿਨ ਉਹਨਾਂ ਨੂੰ ਕੁਆਰੰਟੀਨ ਕਰਨਾ ਪਊਗਾ। ਸੋ ਤੁਹਾਡੇ ਨਾਲ ਨਹੀਂ ਕੁਆਰੰਟੀਨ ਕਰ ਸਕਦੇ, ਤੁਹਾਨੂੰ ਸੈਪਰੇਟ ਉਹਨਾਂ ਦੇ ਥਾਂ ਰੱਖਣਾ ਪਊਗਾ ਔਰ ਐਟਲੀਸਟ 1 ਡੇ ਆਬਵੀਅਸਲੀ ਤੁਹਾਡੇ ਨਾਲ ਉਹ ਟਾਈਮ ਸਪੈਂਡ ਕਰਨ। ਜੇ ਇਹ ਸ਼ਰਤਾਂ ਉਹਨਾਂ ਨੂੰ ਮਨਜ਼ੂਰ ਹੋਣਗੀਆਂ ਤਾਂ ਉਹਨਾਂ ਨੂੰ ਐਜ਼ ਅ ਰਾਈਟ ਹੈਗਾ ਆ ਕੇ ਵਿਜ਼ਿਟ ਕਰਨ ਵਾਸਤੇ। ਇਸੇ ਤਰ੍ਹਾਂ ਚਾਹੇ ਉਹ ਬਾਰਡਰ 'ਤੇ ਆਉਣ ਅਤੇ ਚਾਹੇ ਉਹ ਏਅਰਪੋਰਟ 'ਤੇ ਲੈਂਡ ਹੋਣ। ਬੜੇ ਡੈਫੀਨੇਸ਼ਨ ਨੂੰ ਪੂਰੀ ਤੌਰ 'ਤੇ ਇੱਕ ਵਾਰੀ ਵੈਬਸਾਈਟ 'ਤੇ ਦੇਖ ਕੇ ਕਿ ਜਿਹੜਾ ਤੁਸੀਂ ਵਿਅਕਤੀ ਲਿਆਉਣਾ ਚਾਹੁੰਦੇ ਆ ਉਹ ਕੁਆਲੀਫਾਈ ਕਰਦਾ, ਉਹ ਡਬਲ ਚੈੱਕ ਆਲਵੇਜ਼ ਕਰ ਲਵੇ। ਪਰ ਇਮੀਡੀਏਟ ਫੈਮਿਲੀ ਦੀ ਡੈਫੀਨੇਸ਼ਨ ਕਾਫੀ ਕਲੀਅਰ ਹੈਗੀ ਔਰ ਇਹਦੇ ਵਿੱਚ ਜਿਵੇਂ ਕਈ 4 ਦਿਨ ਲਿਆਉਣਾ ਚਾਹੁੰਦੇ ਜਾਂ 5 ਦਿਨ, ਉਹਨਾਂ ਵਾਸਤੇ ਨਹੀਂ, ਤੁਹਾਨੂੰ ਘੱਟੋ ਘੱਟ 15 ਦਿਨ ਲਈ ਹੋਣਾ ਪਊਗਾ। ਜੇ ਉਹ ਤੋਂ ਘੱਟ ਆ ਤਾਂ ਉਹ CBSA ਆਫਿਸਰ ਦੀ ਡਿਸਕ੍ਰੈਸ਼ਨ ਹੈ ਕਿ ਉਹ ਐਡਕੁਏਟ ਪਰਪਸ ਗਿਣਿਆ ਜਾਊਗਾ ਜਾਂ ਐਸੈਂਸ਼ੀਅਲ ਉਹਨੂੰ ਗਿਣਿਆ ਜਾਊਗਾ। ਅਦਰਵਾਈਜ਼ ਤੁਹਾਨੂੰ 15 ਦਿਨ ਲਈ ਜੇ ਆਉਣਾ, ਤੁਹਾਡੇ ਬੱਚੇ ਨੇ ਜਾਂ ਤੁਹਾਡੇ ਸਪਾਊਸ ਨੇ ਅਤੇ ਉਹ ਕੈਨੇਡਾ ਦੇ PR ਨਹੀਂ ਹੈਗੇ ਪਰ ਵੈਲਿਡ ਵੀਜ਼ਾ ਹੋਲਡਰ ਹੈਗੇ ਅਤੇ ਤੁਸੀਂ ਆਪ ਕੈਨੇਡੀਅਨ ਸਿਟੀਜ਼ਨ ਜਾਂ PR ਹੈਗੇ ਜਿਨ੍ਹਾਂ ਦੇ ਰਿਸ਼ਤੇਦਾਰ ਨੇ ਆਉਣਾ, ਉਹ ਵੈਲਿਡ ਹੈਗਾ ਕੈਨੇਡਾ ਆਉਣ ਵਾਸਤੇ। ਜੀ ਜੀ ਬਿਲਕੁਲ, ਜਿਸ ਤਰ੍ਹਾਂ ਅਸੀਂ ਜਾਣਦੇ ਹੈਗੇ ਕਿ ਮੋਸਟ ਆਫ ਆਵਰ ਟੂਰਿਸਟ ਏਰੀਆ ਡਿਪੈਂਡਸ ਔਨ US ਸਿਟੀਜ਼ਨਸ, US ਟਰੈਵਲਰਸ। ਡੈਫੀਨੇਟਲੀ ਵੈਦਰ ਨੂੰ ਦੇਖਦੇ ਹਾਂ ਅਸੀਂ ਉਮੀਦ ਕਰ ਸਕਦੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ US ਤੋਂ ਖਾਸ ਕਰਕੇ ਲੋਕੀ ਕੈਨੇਡਾ ਐਂਟਰ ਹੋਣਗੇ, ਪਰ ਹਾਊ ਵਿਲ ਗਵਰਨਮੈਂਟ ਮੇਕ ਸ਼ੋਰ ਕਿ ਜਿਹੜੇ US ਤੋਂ ਐਂਟਰ ਹੋ ਰਹੇ ਨੇ ਲੋਕੀ ਉਹ ਐਕਸੈਸਿਬਲ ਹੋਣ, ਉਹਨਾਂ ਨੂੰ ਪ੍ਰੋਪਰ ਜਿਹੜਾ ਹੈਗਾ ਅਸੈਸ ਕੀਤਾ ਜਾ ਰਿਹਾ ਹੈ, ਟਰੈਕੇਬਲ ਹੋਣ ਐਂਡ 14 ਡੇਜ਼ ਜਿਹੜਾ ਮੋਸਟ ਇੰਪੋਰਟੈਂਟ ਹੈਗਾ 14 ਡੇਜ਼ ਨੂੰ ਲਈ ਆਪਣੇ ਆਪ ਨੂੰ ਸੈਲਫ ਆਈਸੋਲੇਟ ਕਰਨ ਨੂੰ। ਹਾਂਜੀ, ਉਹਨਾਂ ਨੂੰ ਜਿਵੇਂ ਅੱਗੇ ਚਾਹੇ ਤੁਸੀਂ ਏਅਰਪੋਰਟ 'ਤੇ ਉਹਨੇ ਚਾਹੇ ਲੈਂਡ ਬਾਰਡਰ, ਤੁਹਾਨੂੰ ਕੁਆਰੰਟੀਨ ਪਲਾਨ ਉਹਨਾਂ ਨੂੰ ਦੱਸਣੀ ਪਊਗੀ ਵੀ ਮੈਂ ਕਿੱਥੇ ਰਹਿ ਰਿਹਾ, ਕਿਵੇਂ ਰਹਿ ਰਿਹਾ। ਅਤੇ ਜਿਹੜੀ ਹੈਲਥ ਏਜੰਸੀਜ਼ ਆਪਣੀਆਂ ਹੈਗੀਆਂ ਵੱਖ-ਵੱਖ ਸੂਬੇ ਦੀਆਂ, ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਜਾਊਗੀ ਔਰ ਉਹਨਾਂ ਦਾ ਜ਼ਿੰਮੇਵਾਰੀ ਕਿ ਉਹ ਐਵਰੀ ਡੇ ਜਾਂ ਐਵਰੀ ਸੈਕਿੰਡ ਥਰਡ ਡੇ ਉਹ ਤੁਹਾਨੂੰ ਕਾਲ ਕਰਕੇ ਚੈੱਕਅਪ ਕਰਦੇ ਆ। ਜੇ ਉਹਨਾਂ ਨੂੰ ਕੋਈ ਵੀ ਹਿੰਟ ਮਿਲ ਜਾਵੇ ਵੀ ਵਿਅਕਤੀ ਆਪਣੇ ਘਰ ਦੇ ਵਿੱਚ ਨਹੀਂ ਹੈਗਾ ਜਾਂ ਕੁਆਰੰਟੀਨ ਨੂੰ ਨਹੀਂ ਅਪਲਾਈ ਕਰ ਰਿਹਾ,
ਉਹ RCMP ਨੂੰ ਦੱਸਦੇ ਆ, ਫਿਰ RCMP ਜਾ ਕੇ ਉਹਨਾਂ ਦੇ ਸਪੌਟ ਚੈੱਕ ਕਰਦੇ ਔਰ ਫਾਈਨ ਜਿਹੜੇ ਬਹੁਤ ਵੱਡੇ ਆ ਅਪ ਟੂ $7.5 ਲੱਖ ਦਾ ਫਾਈਨ ਹੈਗਾ। ਸੋ ਇਹਨਾਂ ਦੇ ਉੱਤੇ ਕਾਫੀ ਸਖਤੀ ਦੇ ਨਾਲ ਕੀਤਾ ਜਾ ਰਿਹਾ ਔਰ ਇਹ ਵੀ ਜਿਹੜਾ ਬਾਰਡਰ ਮੂਵਮੈਂਟ ਬਹੁਤ ਥੋੜਾ ਹੀ ਹੋਊਗਾ। ਜਿਹੜੇ ਖਾਸ ਕਰਕੇ ਹੀ ਆਪਣੇ ਖਾਸ ਕਰਕੇ ਬਹੁਤ ਹੈਗੇ ਆ ਜਿਹੜੇ US ਦੇ ਸਪਾਊਸਸ ਹੈਗੇ ਆ। ਸੋ ਸਪਾਊਸ ਅਮੈਰੀਕਨ ਸਿਟੀਜ਼ਨ ਆ, ਇੱਕ ਵਿਅਕਤੀ ਕੈਨੇਡੀਅਨ ਸਿਟੀਜ਼ਨ ਆ, ਉਹ ਉੱਥੇ ਕੰਮ ਕਰਦੇ ਹੋਏ ਦੂਸਰਾ ਵਿਅਕਤੀ ਇੱਥੇ ਕਰਦਾ, ਉਹ ਨਹੀਂ ਹੁਣ 3-4 ਮਹੀਨੇ ਇੱਕ ਦੂਜੇ ਨੂੰ ਨਹੀਂ ਮਿਲੇ, ਉਹ ਹੁਣ 2 ਹਫ਼ਤੇ ਲਈ ਕੈਨੇਡਾ ਦੇ ਵਿੱਚ ਆ ਕੇ ਆਪਣੇ ਸਪਾਊਸ ਨੂੰ ਮਿਲ ਸਕਦੇ ਆ। ਇਹ ਖਾਸ ਕਰਕੇ ਉਹਨਾਂ ਵਾਸਤੇ ਹੈਗੇ। ਇਸੇ ਤਰ੍ਹਾਂ ਕਈਆਂ ਦੇ ਬੱਚੇ ਹੈਗੇ ਆ, ਇੱਕ ਪੈਰੈਂਟ ਦੇ ਨਾਲ ਰਹਿ ਰਹੇ US ਦੇ ਵਿੱਚ, ਉਹ ਕੈਨੇਡਾ 'ਚ ਆ ਕੇ ਆਪਣੇ ਮਾਂ ਪਿਓ ਨੂੰ ਆ ਕੇ ਮਿਲ ਸਕਦੇ। ਸੋ ਉਹ ਕੁਆਰੰਟੀਨ ਨੂੰ ਮੋਨੀਟਰ ਜਿਵੇਂ ਫਲਾਈਟਾਂ ਦੇ ਨਾਲ ਮੋਨੀਟਰ ਕੀਤਾ ਜਾ ਰਿਹਾ, ਸੇਮ ਹੀ ਪ੍ਰੋਸੀਜਰ ਦੇ ਨਾਲ ਉਹਨਾਂ ਨੂੰ ਮੋਨੀਟਰ ਕੀਤਾ ਜਾਊਗਾ। ਜੀ ਇਸ ਦੇ ਨਾਲ ਹੀ ਗੱਲ ਕਰਾਂਗੇ CREB ਫਰਾਡ ਕਲੇਮਸ ਦੀ। ਇਟ ਇਜ਼ ਗੈਟਿੰਗ ਬਿਗ ਰਾਈਟ ਨਾਓ। ਕਿਸ ਤਰ੍ਹਾਂ ਦੀ ਸਟ੍ਰਿਕਟ ਪੈਨਲਟੀਜ਼ ਫੈਡਰਲ ਸਰਕਾਰ ਇੰਟਰੋਡਿਊਸ ਕਰਨ ਜਾ ਰਹੀ ਹੈ CREB ਫਰਾਡ ਕਲੇਮਸ ਲਈ? ਸੋ ਇਹ ਅਸੀਂ ਪਹਿਲੇ ਦਿਨ ਤੋਂ ਆਲਵੇਜ਼ ਕਹਿ ਰਹੇ ਸੀਗੇ ਕਿ ਜਿਹਨੇ ਸਰਬ ਲੈਣਾ ਜੀ ਸਦਕੇ ਲਾਓ। ਜਿਹੜੇ ਲੋੜਵੰਦ ਆ ਉਹਨਾਂ ਨੂੰ ਚਾਹੀਦਾ, ਜਿਨ੍ਹਾਂ ਦੇ ਜੌਬ ਟੁੱਟ ਗਈ ਆ ਉਹਨਾਂ ਨੂੰ ਉਸੇ ਵੇਲੇ ਚਾਹੀਦਾ ਪੈਸੇ। ਇਸੇ ਕਰਕੇ ਜਿਹੜੀ ਕ੍ਰਾਈਟੀਰੀਆ ਉਹਨਾਂ ਨੂੰ ਲੈਣ ਵਾਸਤੇ ਉਹ ਕਾਫੀ ਨਰਮ ਸੀਗੀ। ਉਹਨਾਂ ਦੀ ਆਪ ਦੀ ਗਰੰਟੀ ਦੇ ਅਨੁਸਾਰ ਉਹ ਦਿੱਤਾ ਜਾ ਰਿਹਾ ਸੀ ਵੀ ਤੁਸੀਂ ਗਾਰੰਟੀ ਕਰੋ ਕਿ ਆਹ 3-4 ਚੀਜ਼ਾਂ ਤੁਹਾਡੇ ਨਾਲ ਹੋਈਆਂ, ਇਸ ਕਰਕੇ ਤੁਸੀਂ ਐਲੀਜੀਬਲ ਹੈਗੇ ਆ। ਪਰ ਜਿਹੜੇ ਫਰਾਡ ਕੋ ਕਰਦੇ ਜਾਂ ਮਿਸਯੂਜ਼ ਕਰਦੇ ਆ ਉਹਨਾਂ ਵਾਸਤੇ $5,000 ਦਾ ਫਾਈਨ ਵੀ ਹੋਊਗਾ ਔਰ ਜੇ ਬਹੁਤ ਮਲਿਸ਼ੀਅਸ ਟਾਈਪ ਆਫ ਫਰਾਡ ਕੀਤਾ ਜਾਊਗਾ ਉਹਨਾਂ ਨੂੰ ਜੇਲ੍ਹ ਟਾਈਮ ਵੀ ਹੋ ਸਕਦਾ। ਉਹ ਸੀਵੀਅਰ ਕੇਸਿਸ ਵਾਸਤੇ ਹੀ ਹੈਗਾ। ਜਿਨ੍ਹਾਂ ਨੂੰ ਇਨੋਸੈਂਟ ਮਿਸਟੇਕ ਕੀਤੀ ਗਈ ਆ, ਫੋਰ ਐਗਜ਼ਾਮਪਲ ਉਹਨਾਂ ਦੀ ਇਨਕਮ ਸਲਾਈਟਲੀ ਲੈਸ ਸੀ ਜਾਂ ਕੋਈ ਉਹਨਾਂ ਕੋਲ ਗਲਤੀ ਦੇ ਨਾਲ 1 ਵੀਕ ਜਾਂ 2 ਵੀਕ ਦਾ ਲੈ ਹੋ ਗਿਆ ਜਿਹੜਾ ਪੀਰੀਅਡ ਨਹੀਂ ਸੀ ਲੈਣਾ ਚਾਹੀਦਾ, ਉਹਨਾਂ ਨੂੰ ਵਾਸਤੇ ਉਹਨਾਂ ਨੂੰ ਫਾਈਨ ਜਾਂ ਹੈਵੀ ਫਾਈਨ ਜਾਂ ਜੇਲ੍ਹ ਟਰਮ ਨਹੀਂ ਹੋਊਗੀ। ਉਹਨਾਂ ਨੂੰ ਇਹ ਕਿਹਾ ਜਾਊਗਾ ਵੀ ਤੁਸੀਂ ਆਪਣਾ ਫੰਡ ਰਿਟਰਨ ਕਰੋ ਐਕਸੈਟਰਾ। ਸੋ ਇਹ ਸਿਵੈਰਿਟੀ ਦੇ ਨਾਲ ਹੋਊਗਾ ਜਿਹੜਾ ਜਾਣ ਬੁੱਝ ਕੇ ਫਰਾਡ ਕਰਦਾ ਵਰਸਸ ਜਿਹੜਾ ਮਿਸਟੇਕ ਕਰਦਾ। ਜੀ, ਪਰ ਇਸ ਦੀ ਇਨਵੈਸਟੀਗੇਸ਼ਨ ਕਿਸ ਤਰ੍ਹਾਂ ਕੀਤੀ ਜਾਏਗੀ? ਦੇਖੋ ਬਹੁਤ ਈਜ਼ੀ ਆ। ਫੋਰ ਐਗਜ਼ਾਮਪਲ ਉਹਨਾਂ ਨੂੰ ਜੇ ਤੁਹਾਡੀ ਇਨਕਮ ਤੁਹਾਡੇ ਕੋਲ 5,000 ਦੀ ਹੈ ਹੀ ਨਹੀਂ ਸੀ ਪਿਛਲੇ 2019 ਦੇ ਵਿੱਚ, ਜਾਂ ਤੁਹਾਡੇ ਕੋਲ ਮਾਰਚ ਤੋਂ ਪਹਿਲਾਂ ਕੋਈ ਪੇਰੋਲ ਨਹੀਂ ਆਈ ਤਾਂ ਆਡਿਟ ਕੀਤਾ, ਉਹਨੇ ਪੁੱਛਿਆ ਤੁਹਾਡੇ ਕੋਲ 5,000 ਨਹੀਂ ਇਨਕਮ ਹੈ, ਇਹ ਇੱਕ ਵਨ ਐਗਜ਼ਾਮਪਲ ਮੈਂ ਦੇ ਰਿਹਾ, ਉਹਨਾਂ ਤੁਹਾਨੂੰ ਕੰਪਲੀਟਲੀ ਪਤਾ ਲੱਗ ਜਾਊਗਾ ਕਿ ਤੁਸੀਂ ਨਹੀਂ ਸੀ ਐਲੀਜੀਬਲ। ਦੂਸਰਾ ਹੋ ਸਕਦਾ ਕਿ ਤੁਹਾਡੇ ਕੰਮ ਨੇ ਤੁਹਾਨੂੰ ਐਕਚੁਅਲੀ ਸੱਦਾ ਦਿੱਤਾ ਸੀਗਾ, ਕੰਮ ਟੋਲ ਰਿਹਾ ਸੀਗਾ, ਉਹ ਕੰਮ ਨੇ ਕਦੇ ਕਿਹਾ ਨਹੀਂ ਕਿ ਨਾ ਤੁਸੀਂ ਕਿਹਾ ਕਿ ਮੈਂ ਬਿਮਾਰ ਆ ਤੇ ਨਾ ਕੰਮ ਵਾਲਿਆਂ ਨੇ ਕਿਹਾ ਕਿ ਤੁਸੀਂ ਨਹੀਂ ਆਉਣਾ, ਤਾਂ ਉਹ ਵਿਅਕਤੀ ਜਿਹੜਾ ਕਦੇ ਸਿਰਫ ਬੈਨੀਫਿਟ ਲੈਣ ਲੱਗ ਪਵੇ ਉਹਨੂੰ ਆਡਿਟ ਕੀਤਾ ਜਾ ਸਕਦਾ। ਸੋ ਇਸ ਤਰ੍ਹਾਂ ਦੇ ਉਹਨਾਂ ਕੋਲ ਕਾਫੀ ਪੈਰਾਮੀਟਰਸ ਹੈਗੇ CRA ਕੋ, ਜਿਨ੍ਹਾਂ ਨੂੰ ਉਹਨਾਂ ਨੂੰ ਅਲਰਟਸ ਮਿਲ ਜਾਂਦੇ ਕਿ ਆਹ ਵਿਅਕਤੀ ਨੂੰ ਆਡਿਟ ਕਰੋ, ਇੱਥੇ ਸ਼ਾਇਦ ਐਵਰੀਥਿੰਗ ਸਟ੍ਰੇਟ ਫੋਰਵਰਡ ਨਹੀਂ ਹੈਗਾ। ਤਾਂ ਮੈਜੋਰਿਟੀ ਜਿਹੜੇ ਕੈਨੇਡੀਅਨਸ ਆ ਉਹ ਓਨੈਸਟ ਆ, ਉਹਨੇ ਪ੍ਰੋਪਰਲੀ ਕੀਤਾ, ਉਹਨਾਂ ਤੇ ਨਹੀਂ ਕੋਈ ਕਾਰਵਾਈ ਹੋਊਗੀ। ਇਹ ਉਹ ਹੈਗੇ ਆ ਜਿਨ੍ਹਾਂ ਦੇ ਉੱਤੇ ਕੋਈ ਸ਼ੱਕ ਦੀ ਅੱਖ ਆ ਰਹੀ ਆ, ਉਹਨਾਂ ਦੇ ਆਡਿਟ ਕੀਤਾ ਜਾਊਗਾ। ਆਡਿਟ ਤੋਂ ਬਾਅਦ ਹੀ ਕੋਈ ਫਾਈਨ ਜਾਂ ਲੀਗਲ ਕਾਰਵਾਈ ਕੀਤੀ ਜਾਊਗੀ, ਉਹ ਤੋਂ ਪਹਿਲਾਂ ਨਹੀਂ ਕੋਈ ਕੀਤੀ ਜਾਊਗੀ। ਜੀ ਅਖੀਰ ਦੇ ਵਿੱਚ ਕੋਈ ਸੁਨੇਹਾ ਦੇਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਹਾਂਜੀ, ਮੈਂ ਇਹੀ ਕਹਿਣਾ ਚਾਹੁੰਦਾ ਕਿ ਅਗੇਨ ਹੁਣ ਇਕੋਨਮੀ ਨੇ ਰਿਟਰਨ ਹੋਣਾ, ਲੋਕ ਆਪਣੇ ਵੱਖ-ਵੱਖ ਕੰਮ ਤੇ ਜਾਣ ਲੱਗਣਾ, ਉਹਨਾਂ ਨੂੰ ਖਿਆਲ ਰੱਖਣਾ ਚਾਹੀਦਾ ਆਪਣਾ। ਜਦੋਂ ਅਸੀਂ ਬੈਕ ਟੂ ਵਰਕ ਮੁੜ ਕੇ ਸੈਕੰਡ ਵੇਵ ਆਉਣ ਤੋਂ ਪਰਹੇਜ਼ ਰੱਖੀਏ ਅਸੀਂ। ਸੋ ਇਸੇ ਤਰ੍ਹਾਂ ਸੋਸ਼ਲ ਡਿਸਟੈਂਸਿੰਗ, PPE ਪਾ ਕੇ ਕੰਮ ਕਰਨਾ ਤਾਂ ਕਿ ਸਾਡੀ ਇਕੋਨਮੀ ਵੀ ਚੱਲੇ, ਸਾਡਾ ਲੋਕਾਂ ਨੂੰ ਜੌਬਸ ਵੀ ਮਿਲੇ, ਪਰ ਨਾਲ ਅਸੀਂ ਆਪਣੀ ਸਿਹਤ ਦੀ ਸੁਰੱਖਿਆ ਵੀ ਰੱਖੀਏ ਤੇ ਖਿਆਲ ਰੱਖੀਏ। ਸੋ ਇਹੀ ਆ। ਔਰ ਤੁਹਾਡੇ ਵਰਗੇ TV ਪ੍ਰੋਗਰਾਮ ਜਿਹੜੇ ਕਿ ਜਾਣਕਾਰੀ ਰੈਗੂਲਰਲੀ ਦੇ ਰਹੇ ਆ ਲੋਕਾਂ ਨੂੰ, ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿ ਇਸ ਵੇਲੇ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਲੋਕਾਂ ਨੂੰ ਸਹੀ ਜਿਹੜੀ ਇਨਫੋਰਮੇਸ਼ਨ ਉਹ ਨਾਲ ਦੀ ਨਾਲ ਮਿਲੀ ਜਾਵੇ। ਜੀ ਰਣਦੀਪ ਜੀ, ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਅਤੇ ਸਾਰੀ ਜਾਣਕਾਰੀ ਸਾਡੇ ਨਾਲ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਲਈ। ਇਟ ਵਾਸ ਨਾਈਸ ਟਾਕਿੰਗ ਟੂ ਯੂ ਵਾਂਸ ਅਗੇਨ। ਥੈਂਕ ਯੂ ਐਂਡ ਪਲੀਜ਼ ਸਟੇ ਸੇਫ। ਥੈਂਕ ਯੂ। ਸੋ NRI ਵਰਲਡ ਵਿੱਚ ਫਿਲਹਾਲ ਸਮਾਂ ਹੋ ਗਿਆ ਹੈ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਸਾਡੀ ਇਹ ਖਾਸ ਪੇਸ਼ਕਸ਼ ਜਾਰੀ ਰਹੇਗੀ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਓਨਟੇਰੀਓ ਦੇ ਵਿੱਚ ਸਟੇਜ 2 ਅਧੀਨ ਸ਼ੁੱਕਰਵਾਰ ਤੋਂ ਕਈ ਬਿਜ਼ਨੈਸਸ ਖੋਲ੍ਹੇ ਜਾ ਰਹੇ ਨੇ। ਇਸ ਦੇ ਨਾਲ ਹੀ ਓਨਟੇਰੀਓ ਦੀ ਜੌਬ ਐਂਡ ਰਿਕਵਰੀ ਕਮੇਟੀ ਵੱਲੋਂ ਵੀ COVID-19 ਦੇ ਇੰਪੈਕਟਸ ਨੂੰ ਅਸੈਸ ਕਰਨ ਲਈ ਲੋਕਾਂ ਦੇ ਨਾਲ ਬਿਜ਼ਨੈਸਸ ਦੇ ਨਾਲ ਕੰਸਲਟੇਸ਼ਨਸ ਕੀਤੀਆਂ ਜਾ ਰਹੀਆਂ ਹਨ। ਇਸ ਸੰਬੰਧੀ ਹੋਰ ਜਾਣਕਾਰੀ ਲਈ ਸਾਡੇ ਨਾਲ ਲਾਈਨ ਤੇ ਮੌਜੂਦ ਹਨ ਓਨਟੇਰੀਓ ਦੇ ਇਕਨੋਮਿਕ ਡਿਵੈਲਪਮੈਂਟ ਮਿਨਿਸਟਰ ਆਨਰੇਬਲ ਵਿਕ ਫਡੇਲੀ। Hello Minister Fadeli, thank you for joining PTC Punjabi. Jasleen, it's a great pleasure to be here. Thank you.
It's a pleasure for us as well. Minister for Delhi, we know that yesterday Premier Duckford announced the reopening for stage 2 and now many businesses will be open from Friday. But talking about those businesses who closed down forever, will they get any financial help from the government, because there are still many small businesses who were not eligible for the federal wage subsidy program? Well, we've tried to make sure that there are adequate programs for everybody. This has been a worldwide pandemic. This is unprecedented times. We work very closely with our federal counterparts to fill all the gaps that we know of and to make sure there's no duplication. And a big part of that is through teleconferences we do from morning to night, 7 days a week, not only here in Ontario, but in some cases around the world, to try to build trade. So we've been working very diligently in finding out what supports these businesses need. What workplace guidelines Ontario government has introduced for the businesses to reopen safely and also to protect their employees and customers? Well, there are really two areas, three, if you will. There was the reaction, the reopening, and soon the recovery. On the reopening, we've put Ministry of Labor guidelines. There's over 100 sector-by-sector guidelines that are now available. You go to ontario.ca/coronavirus and you'll find all of this material. But if you're a golf course or a hairdresser, no matter what you are, the material either is there now or will be there very shortly to help you open safely, give you the guidelines, help your employees to be safe and all of your customers to be safe. But we've also got another website, ontario.ca/PPE, and that's for personal protective equipment, should you not be able to find it locally. Minister for Delhi, looking at the present crisis, people are scared to go out to the restaurants. How will you convince Ontarians to support their local economy, to support the local businesses? Because right now it is very important. Everyone is going through a challenging situation. You can go to a local restaurant and eat on the patio today. The restaurants can expand their patios. They can build a patio in their parking lot right now. We're doing everything we can to help the restaurant sector expand and grow. So it can still be curbside. It can still be takeout. I should say it can still be takeout or delivery from a restaurant. But you now can eat in the stage 2 places that are open. You can eat on a restaurant patio. Now, there's still some areas of Ontario that aren't in stage 2, but I expect they'll get there very, very shortly. We'll continue to hear the COVID-19 numbers from the Premier, and we'll know that it's time. Absolutely. We know that right now businesses are opening and everyone wants the economy to reopen as soon as possible. So the need for hand sanitization, mask and other PPE will be necessary now. So is Ontario confident about the Made in Ontario solutions? Will there be enough PPE? It's wonderful to see the reaction that we've had from Ontario companies. First, I call it the spirit of Ontario, or the Ontario pride. It's just to see so many companies ramp up and making PPE. And many of these companies are now staying in this business permanently. And in fact, the province of Ontario has a $50 million support program to help companies launch personal protective equipment. A couple of weeks ago, we awarded our first contracts to Virox Technologies in Oakville, $850,000 investment. They're making hand sanitizer wipes. They're making the wipes off a factory line. Last week, we awarded 3 more contracts to companies in Concord, just north of Toronto, a company in Barrie, and a company in Pembroke. They make the face shields, as well as the one in Barrie is making an oxygen mask. So these are companies, these are permanent businesses now with permanent Ontario employees, and we've barely scratched the surface of the $50 million fund, so we've got many more announcements coming. Looking forward to that. We know that Ontario's Job and Recovery Committee is working on the present situation. It is consulting people and businesses to assess the impact of COVID-19. How do you plan to recover the economy post-COVID-19? Well, we're waiting for the report from the Jobs and Recovery Committee, of which I sit on as well. And once that's done, and how we're collecting the material is every MPP is out there holding meetings across their ridings.
For us, I'm holding electronic meetings worldwide with the consuls general of the G7 nations, mining companies, automotive companies, life science companies, IT companies, AI companies. We're understanding, what do you need to kickstart? What I've said to the pharmaceutical industry, what do you need to add 1 million square feet to your plant and make a new product? And so we're studying these things, and it's going to take time, but we want to do it right. This is like a fresh start. Premier Ford says our economy will come back roaring out of this, and I absolutely agree. Minister Fideli, talking about the unemployment rate, we have seen the highest unemployment rate since 1982. How do you plan to bring more jobs, create more jobs in Ontario? I think you're going to see some very innovative approaches from Ontario. First of all, interprovincial trade. It's not as easy to ship Ontario products to British Columbia or the East Coast as it is to ship it to Texas. When you have a truck leave the East Coast across Canada, you would think it would be simple, but there are different tire pressures required in different provinces. There are different first aid kits required. This is just nonsense. This is ridiculous. So we want to push. Ontario wants to lead the way in free trade across our own country. Can you imagine that we have free trade deals with the US, but we really, although we have one in name across the country, there are a lot of little exclusions, little carve-outs. This has to end. We need true free trade. Our wine growers cannot be afraid of BC wine coming in. Think of the great opportunities you have for Ontario wine to be shipped coast to coast. And our craft beers that we make here shipped all over the country. So you're going to see us push very hard. There's $40 billion on the table in interprovincial trade. And then because NAFTA 2.0 is now done, July 1st it kicks in, although it may or may not be delayed, it makes great opportunity for our automakers, our parts makers. Under NAFTA 2.0, more parts need to be made now in North America than before. That's part of the rules. It goes from 62.5% to 70%. That means we're out looking for automotive supply companies in Ontario. And worldwide trade, of course. We're going to be doing it very differently. It's hard to travel worldwide to do sales missions. So you'll see a lot more of what you and I are doing right this moment for our trade missions as well. Minister Fideli, talking about the regional approach province has adapted, many regions are raising concern that people may travel 1.5 hours from one region to another region. How will you address their concern? Well, the regional approach was done because the Chief Medical Officer of Health felt this is the best way to begin to contain the virus, and it would not overburden our system. So we know that with just a very short period of time, we'll look now at opening the rest of the region. So by the time all the decisions are taken, we should be ready to open and let the individual communities make their final decisions. Talking about the US border restrictions, we know that most of our tourist area rely on US customers, and recently Prime Minister Justin Trudeau announced the border opening for a family reunification. We know right now the border is closed till June 21 for non-essential travel, but if federals decide to reopen, I know Ontario government has no control over it, but if federals decide to reopen it, how will Ontario government make sure that the US citizens who are entering Canada, they are being assessed properly, they are trackable, and most importantly, they are self-isolating themselves for 14 days? Yeah, this is purely a federal government issue, but we will insist on a strict set of guidelines. We did not, 14.5 million people in Ontario made a lot of sacrifices to flatten the curve. So while we want our loved ones to return, we want to make sure that quarantine instructions are very clear and that there's no opportunity for them to break the rules and begin a new spread of the virus. So, as I say, we want our loved ones here. We want to reunite our families, of course. But we've got to stress the importance to them that this cannot be the straw that breaks the camel's back, that all COVID breaks loose again. Thank you so much for sharing all this information. Do you want to give any message to the viewers in the end?
Stay safe. We've come a long way. You've worked so hard to flatten the curve. We look forward to joining you in Ontario's recovery, and we want you to enjoy some time with your family. All right, thank you so much for joining PTC Punjabi and please stay safe. Thank you, Jasmine. Thank you. ਸੋ NRI World ਵਿੱਚ ਇਹ ਸਨ ਅੱਜ ਦੀਆਂ ਤਾਜ਼ਾ ਖਬਰਾਂ। COVID-19 ਅਪਡੇਟਸ ਅਸੀਂ ਲਗਾਤਾਰ ਤੁਹਾਡੇ ਤੱਕ ਪਹੁੰਚਾਉਂਦੇ ਰਾਂਗੇ। ਜਾਂਦੇ ਜਾਂਦੇ ਅਸੀਂ ਆਪਣੇ ਦਰਸ਼ਕਾਂ ਨੂੰ ਅਪੀਲ ਕਰਾਂਗੇ, ਹੈਲਪ ਫਲੈਟਨ ਦ ਕਰਵ, ਸਟੇ ਹੋਮ, ਸਟੇ ਸੇਫ। ਫਿਲਹਾਲ ਦਿਓ ਇਜਾਜ਼ਤ, ਧੰਨਵਾਦ।